ਗਗਨ ਦਮਾਮਾ ਬਾਜਿਓ ਪਰਿਓ ਨਿਸ਼ਾਨਾ ਘਾਓ ਖੇਤ ਜੋ ਮੰਡਿਓ ਸੂਰਮਾ ਅਬ ਜੂਜਨ ਕੋ ਦਾਓ ਸੂਰਾ ਸੋ ਪਹਿਚਾਨੀਐ ਜੋ ਲੜੈ ਦੀਨ ਕੇ ਹੇਤ ਪੁਰਜਾ ਪੁਰਜਾ ਕਟ ਮਰੈ ਕਬਹੂ ਨਾ ਛਾਡੈ ਖੇਤ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਭਗਤ ਕਬੀਰ ਸਾਹਿਬ ਜੀ ਮਾਰੂ ਰਾਗ ਦੇ ਅੰਦਰ ਸਾਨੂੰ ਜਿੱਥੇ ਅੰਦਰਮੁਖੀ ਯੋਧਾ ਸੂਰਮਾ ਵਕਾਰਾਂ ਦੇ ਨਾਲ ਲੜ ਕੇ ਜਿੱਤ ਪ੍ਰਾਪਤ ਕਰਨ ਦਾ ਸੁਨੇਹਾ ਦਿੰਦੇ ਹੈ, ਉੱਥੇ ਸਾਨੂੰ ਬਾਹਰੀ ਪੱਖ ਤੇ ਵੀ ਉਤਸ਼ਾਹ ਮਿਲਦਾ ਹੈ। ਭਗਤ ਜਨ ਸੂਰਮੇ ਵੀ ਹੈ, ਸਾਧੂ ਵੀ ਹੈ ਤੇ ਬਾਦਸ਼ਾਹ ਵੀ ਨੇ। ਐਸੇ ਭਗਤ ਦੇ ਸੁਨੇਹੇ ਤੋਂ ਆਪਾਂ ਅੱਜ ਕੋਈ ਵਿਚਾਰ ਸਿੱਖਣੀ ਹੈ, ਕਰਨੀ ਹੈ। ਗੁਰੂ ਕਿਰਪਾ ਕਰੇ ਸਾਡੀ ਵਿਚਾਰ ਗੁਰੂ ਦੇ ਦਰ ਤੇ ਇਸ ਸੰਸਾਰ ਦੇ ਲੋਕਾਂ ਦੇ ਦਰ ਤੇ ਪ੍ਰਵਾਨੀ ਜਾਵੇ। ਕਿਸੇ ਨੂੰ ਅਸੀਂ ਬੁਰੇ ਨਾ ਲੱਗੀਏ। ਅੱਜ ਦੀ ਵਿਚਾਰ ਇੰਡੀਆ ਦੀਆਂ ਸਰਕਾਰਾਂ ਨੂੰ ਸਮਰਪਿਤ ਸਲਾਮ ਦੇ ਰੂਪ ਵਿੱਚ ਦਾਸ ਆਪ ਜੀ ਦੇ ਨਾਲ ਸਾਂਝ ਕਰੇਗਾ। ਇੰਡੀਆ ਦੀਆਂ ਸਰਕਾਰਾਂ ਦੀ ਚੰਗੀ ਸੋਚ, ਉਦਮੀ ਲੋਕ ਸਰਕਾਰਾਂ ਦੇ ਵਿੱਚ ਕੰਮ ਕਰਦੇ ਨੇ। ਤਖਤ ਰਾਜਾ ਸੋ ਬਹਿ ਜੇ ਤਖਤੇ ਲਾਇਕ ਹੋਈ। ਪਰਮਾਤਮਾ ਨੂੰ ਭਾਉਂਦਾ ਹੈ ਤੇ ਤਾਂ ਹੀ ਰਾਜ ਦਾ ਤਾਜ ਮਿਲਦਾ ਹੈ, ਨਹੀਂ ਤੇ ਉਸ ਤਰ੍ਹਾਂ ਨਹੀਂ ਮਿਲ ਸਕਦਾ। ਇੰਡੀਆ ਦੀਆਂ ਸਰਕਾਰਾਂ ਨੂੰ ਜੋ ਹੁਣ ਮੌਜੂਦਾ ਨੇ ਤੇ ਜੋ ਬੀਤ ਚੁੱਕੀਆਂ ਨੇ, ਚਲੇ ਗਈਆਂ ਨੇ, ਫੇਰ ਆਉਣਗੀਆਂ, ਦੁਬਾਰਾ ਆਉਣੀਆਂ ਚਾਹੀਦੀਆਂ ਨੇ, ਉਹਨਾਂ ਨੂੰ ਸਲਾਮ ਹੈ। ਸਮਝਿਓ, ਕਾਹਲੇ ਨਹੀਂ ਪੈਣਾ, ਗੱਲ ਧਿਆਨ ਨਾਲ ਸੁਣਨੀ ਹੈ। ਸ਼ੁਕਰਾਨਾ ਸਾਡੇ ਵੱਲੋਂ ਬਹੁਤ ਬਹੁਤ ਹੈ। ਕਿਉਂ ਹੈ? ਜਿਨ੍ਹਾਂ ਨੇ ਕੇਸਰੀ ਨਿਸ਼ਾਨ ਸਾਹਿਬ ਲਾ ਕੇ ਸਿੱਖ ਰੈਜੀਮੈਂਟਾਂ ਦੀਆਂ ਟਰੱਕਾਂ ਗੱਡੀਆਂ ਦੇ ਉੱਤੇ ਲਾ ਕੇ ਜਕਾਰਿਆਂ ਦੇ ਰੂਪ ਵਿੱਚ ਤੋਰਿਆ ਉਧਰ ਚੀਨ ਦੇ ਬਾਰਡਰ ਨੂੰ ਸ਼ਹੀਦੀਆਂ ਪ੍ਰਾਪਤ ਕਰਨ ਵਾਸਤੇ। ਇਸ ਕਰਕੇ ਚੰਗੀ ਸੋਚ ਹੈ ਕਿ ਸਿੱਖ ਕੌਮ ਨੂੰ ਯਾਦ ਕੀਤਾ ਹੈ। ਕਿਉਂ? ਰਿਸ਼ਤਾ 9 ਮਾਸ ਦਾ ਹੈ ਹਿੰਦੂ ਤੇ ਸਿੱਖ ਦਾ। ਇਸ ਕਰਕੇ ਜਿਸ ਪੋਟੇ ਨਾਲੋਂ, ਜਿਸ ਉਂਗਲ ਦੇ ਨਾਲੋਂ 9 ਵੱਖਰਾ ਹੋ ਜੇ, ਉਹ ਪੋਟਾ ਕਮਜ਼ੋਰ ਹੋ ਜਾਂਦਾ ਹੈ। ਜਦੋਂ ਇਹ ਵੱਖਰੇ ਹੋ ਜਾਣਗੇ ਜਾਂ ਹੋਣਗੇ, ਉਹ ਸਮਾਂ ਨਾ ਆਵੇ, ਉਹ ਨਾ ਆਵੇ। ਅਰਦਾਸ ਕਰਦੇ ਹਾਂ ਵੀ ਵੱਖਰੇ ਨਾ ਹੋਣੇ, 9 ਤੇ ਮਾਸ ਦਾ ਰਿਸ਼ਤਾ ਬਣਿਆ ਰਵੇ। ਜਿਸ ਵੀ ਹੱਥ ਦੇ ਨਾਲੋਂ 9 ਵੱਖਰਾ ਹੋਇਆ, ਇਹ ਹੱਥ ਕਮਜ਼ੋਰ ਹੋ ਗਿਆ। ਇਹ ਦੋਨੇ ਕੌਮਾਂ ਬੜੀਆਂ ਆਪਸ ਵਿੱਚ ਜੁੜੀਆਂ ਹੈ, ਪਰ ਥੋੜ੍ਹਾ ਜਿਹਾ ਜਿਹੜਾ ਸਾਡੇ ਅੰਦਰ ਇੱਕ ਭੁਲੇਖਾ, ਉਹਦੇ 'ਤੇ ਵਿਚਾਰ ਕਰੀਏ ਕਿ ਅੱਜ ਸਿੱਖ ਰੈਜੀਮੈਂਟਾਂ ਨੂੰ ਕੇਸਰੀ ਨਿਸ਼ਾਨ ਸਾਹਿਬ, ਖਾਲਸੇ ਦਾ ਨਿਸ਼ਾਨ ਜਿਹੜਾ ਦੇਸ਼ ਤੋਂ ਲੈ ਕੇ ਵਿਦੇਸ਼ਾਂ ਦੀਆਂ ਧਰਤੀਆਂ 'ਤੇ ਵੀ ਲਹਿਰਾ ਰਿਹਾ। ਬੜੀ ਖੁਸ਼ੀ ਹੈ ਸਾਨੂੰ ਇੱਥੇ ਬੈਠਿਆਂ ਨੂੰ। ਵੀਡੀਓ ਮਿਲਦੀਆਂ, ਸੁਣਨ ਨੂੰ ਮਿਲਦੀਆਂ, ਜਕਾਰਿਆਂ ਦੇ ਬੋਲ ਸਿੱਖ ਨੌਜਵਾਨਾਂ ਵੱਲੋਂ ਮਿਲ ਰਹੇ ਨੇ। ਮੁਬਾਰਕ ਹੈ ਜੀ। ਇਹ ਸਾਰੀ ਸੋਚ ਹਿੰਦੁਸਤਾਨ ਦੀਆਂ ਸਰਕਾਰਾਂ ਦੀ ਹੈ। ਘਬਰਾਉਣਾ ਨਹੀਂ, ਗੱਲ ਸੁਣਨੀ ਹੈ, ਪਹਿਲਾਂ ਧਿਆਨ ਦੇਣਾ। ਇਸ ਕਰਕੇ ਅੱਜ ਵੀ ਜਦੋਂ ਸਰਕਾਰ ਨੂੰ ਲੋੜ ਪਈ ਤੇ ਸਰਕਾਰ ਨੇ ਅੱਜ ਵੀ ਕੀਤਾ, ਪਹਿਲਾਂ ਵੀ ਕੀਤਾ। ਜਦੋਂ ਵੀ ਕਿਸੇ ਬਾਰਡਰ ਦੇ ਉੱਤੇ ਆਪਣੀ ਦਾਲ ਗਲਦੀ ਨਾ ਵੇਖੀ ਨਾ, ਤੇ ਉੱਥੇ ਸਿੱਖ ਰੈਜੀਮੈਂਟਾਂ ਨੂੰ ਲਾਇਆ, ਚਾਹੇ ਕਿਤੇ ਵੀ ਆ। ਦੁੱਖ ਦੇ ਟਾਈਮ ਤੇ ਯਾਦ ਕੀਤਾ ਹੈ। ਤੇ ਜਦੋਂ ਆਜ਼ਾਦੀ ਦਾ ਝੰਡਾ ਚਲਾਉਣਾ ਹੁੰਦਾ ਹੈ ਨਾ, ਉਦੋਂ ਉੱਥੇ ਸਿੱਖ 5-7 ਸਾਲ ਤੋਂ ਨਜ਼ਰ ਨਹੀਂ ਕੋਈ ਆਉਂਦਾ। ਉਦੋਂ ਇਹ ਲੋਕ ਹੀ ਹੁੰਦੇ ਨੇ। ਕਿਆ ਸੋਚ ਹੈ? ਸਲਾਮ ਹੈ ਨਾ। ਹੁਣ ਮੈਂ ਥੋੜ੍ਹਾ ਜਿਹਾ ਇਸ ਬੰਨੇ ਨੂੰ ਆਉਣ ਲੱਗਾ। ਧਿਆਨ ਦਿਓ, ਧਿਆਨ ਦਿਓ।
ਜਿੱਥੇ ਬਲੀਦਾਨ ਦੀ ਲੋੜ ਪਈ ਸਿੱਖ ਨੂੰ ਭੇਜ ਦਿਓ, ਥਾਪੜਾ ਦੇ ਦਿਓ, ਗੁਰੂ ਦੇ ਜਕਾਰੇ ਲਵਾ ਦਿਓ, ਗੁਰੂ ਦਾ ਨਿਸ਼ਾਨ ਸਾਹਿਬ ਬੰਨ੍ਹ ਦਿਓ ਆਪਦੇ ਹੱਥੀਂ ਗੱਡੀ ਤੇ, ਜਾ ਭਾਈ ਮੋਰਚਾ ਫਤਿਹ। ਤੇ ਕਦੇ ਸਿੱਖ ਖਾਲੀ ਨਹੀਂ ਮੁੜਿਆ। ਜਦੋਂ ਤੋਂ ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ, ਇਹ ਸੋਧ ਕੇ ਪੰਥ ਜਦੋਂ ਦਾ ਚਲਾਇਆ, ਇਹ ਖਾਲਸਾ ਰੂਪ ਹੋ ਕੇ ਕਦੇ ਵੀ ਮੈਦਾਨ ਛੱਡ ਕੇ ਨਹੀਂ ਭੱਜਿਆ। ਇਸੇ ਕਰਕੇ ਸਿੱਖ ਦੀ ਪਹਿਚਾਣ ਦੁਨੀਆ ਦੇ ਵਿੱਚ ਬਣੀ ਹੈ। ਇਤਿਹਾਸ ਦੇ ਸੁਨਹਿਰੀ ਪੰਨਿਆਂ ਤੇ ਸਿੱਖ ਕੌਮ ਹੈ, ਵਰਲਡ ਵਿੱਚ ਛਾ ਗਈ ਹੈ ਸਿੱਖ ਕੌਮ। ਇਸੇ ਹੀ ਜਜ਼ਬਾਤ ਨੂੰ ਲੈ ਕੇ, ਆਪਣੇ ਠਰਮੇ ਨੂੰ ਲੈ ਕੇ, ਛਾਤੀ ਤੇ ਜ਼ੋਰ ਨਾਲ ਸੱਚ ਤੇ ਪਹਿਰਾ, ਜਿੱਥੇ ਲੋੜ ਪਈ ਆ ਲੰਗਰ ਲਾਏ ਨੇ, ਜਿੱਥੇ ਮਰੀਜ਼ਾਂ ਦੀ ਸੇਵਾ ਸੰਭਾਲ ਦੀ ਲੋੜ ਪਈ ਉੱਥੇ ਭਾਈ ਕਨ੍ਹਈਆ ਜੀ ਬਣ ਕੇ ਸਿੱਖ ਕੌਮ ਅੱਜ ਵੀ ਪਹੁੰਚਦੀ ਹੈ, ਪਹੁੰਚਦੀ ਰਹੇਗੀ। ਮੁਬਾਰਕ ਹੈ ਸਿੱਖ ਕੌਮ ਨੂੰ ਵੀ। ਇਹ ਨਹੀਂ ਹੈ ਕਿ ਇਕੱਲੀ ਸਰਕਾਰ ਨੂੰ ਹੈ, ਪਰ ਅੱਜ ਲੋੜ ਸੀ ਜਦੋਂ ਕਿਤੇ ਦੂਸਰੇ ਬੰਨੇ, ਅੱਗੇ ਗੱਲ ਥੋੜ੍ਹੀ ਜਿਹੀ ਹੋਰ ਸੁਣੋ, ਜਦੋਂ ਕਿਤੇ ਹੇਮਕੁੰਟ ਸਾਹਿਬ ਨੂੰ ਮੋਟਰਸਾਈਕਲਾਂ ਤੇ ਸਿੱਖ ਨੌਜਵਾਨ ਨਿਸ਼ਾਨ ਸਾਹਿਬ ਬੰਨ੍ਹ ਕੇ ਗੱਡੀਆਂ ਬੱਸਾਂ ਤੇ ਜਾਂਦੇ, ਤੇ ਉੱਥੇ ਪੁਲਿਸ ਆਪ ਇਹਨਾਂ ਨੂੰ ਰੋਕ ਕੇ ਇਹਨਾਂ ਦੇ ਚਲਾਨ ਵੀ ਕਰਦੀ ਹੈ, ਤੇ ਨਿਸ਼ਾਨ ਸਾਹਿਬ ਉਹ ਵੀ ਵੱਢ ਕੱਤਦੀ ਹੈ। ਸੈਂਟਰ ਸਰਕਾਰੇ ਤੈਨੂੰ ਸਲਾਮ ਹੈ। ਸਾਡੇ ਨਹੁੰ ਤੇ ਮਾਸ ਦੇ ਰਿਸ਼ਤੇ ਵਾਲੇ ਹਿੰਦੂ ਵੀਰ ਮੰਦਰਾਂ ਤੇ ਜਾਂਦੇ ਨੇ, ਅਮਰਨਾਥ ਦੀ ਯਾਤਰਾ ਤੇ ਜਾਂਦੇ ਨੇ, ਮੁਬਾਰਕ ਹੈ ਜਾਣ। ਹਰ ਧਰਮ ਨੂੰ ਧਰਮ ਜਿਹੜਾ ਹਰ ਮਨੁੱਖ ਨੂੰ ਆਪਣਾ ਆਪਣਾ ਧਰਮ ਮੁਬਾਰਕ ਹੋਵੇ। ਨੈਣਾ ਦੇਵੀ ਜਾਂਦੇ ਨੇ, ਕੋਈ ਪੁਲਿਸ ਵਾਲਾ ਰੋਕ ਕੇ ਉਹਨਾਂ ਦਾ ਝੰਡਾ ਨਹੀਂ ਵੱਢਦਾ, ਕੋਈ ਇਹਦਾ ਚਲਾਨ ਨਹੀਂ ਹੁੰਦਾ। ਧਿਆਨ ਰੱਖਿਓ, ਕਈਆਂ ਨੂੰ ਗੱਲਾਂ ਜਿਹੜੀਆਂ ਉਹ ਚੰਗੀਆਂ ਨਹੀਂ ਲੱਗਣੀਆਂ, ਨਹੀਂ ਜਾਂਦੇ, ਐਸੇ ਕਰਦੇ ਨੇ। ਇੱਕ ਬੰਨੇ ਸਿੱਖ ਫੌਜੀਆਂ ਨੂੰ ਸ਼ਾਬਾਸ਼ੇ ਤੇ ਜਿੱਤ ਦੀ ਆਸ਼ੀਰਵਾਦ ਦੇ ਕੇ ਤੋਰ ਰਹੇ ਨੇ ਚੀਨ ਦੇ ਬਾਰਡਰ ਤੇ, ਤੇ ਉਧਰੋਂ ਲਾਸ਼ਾਂ ਬਣ ਕੇ ਉਹ ਵਾਪਸ ਆ ਰਹੇ ਨੇ। ਉਹਨਾਂ ਸ਼ਹੀਦਾਂ ਨੂੰ ਸਰਦਾਜਲੀ ਹੈ। ਨਹੀਂ ਮਾਵਾਂ ਦੇ ਪੁੱਤ ਅਜਾਈ ਮੋਤੇ ਭਰ ਜ਼ਬਾਨੀ 'ਚ ਜਾਣੇ ਚਾਹੀਦੇ, ਅਸੀਂ ਬੱਚਿਆਂ ਵਾਲਿਆਂ, ਸਾਨੂੰ ਤਰਸ ਹੈ। ਦੂਸਰੇ ਬੰਨੇ ਯੂਪੀ ਦੇ ਵਿੱਚ ਸੈਂਕੜੇ ਸਿੱਖਾਂ ਨੇ ਜਿਨ੍ਹਾਂ ਨੇ ਮਿਹਨਤ ਕਰਕੇ ਜ਼ਮੀਨਾਂ ਨੂੰ ਬਾਦ ਕੀਤਾ, ਵਾਹੀ ਦੇ ਲਾਇਕ ਕੀਤਾ, ਉਹਨਾਂ ਨੂੰ ਜਾੜਿਆ ਜਾ ਰਿਹਾ ਹੈ, ਜਿਹਦੀ ਗਵਾਹੀ ਸਰਦਾਰ ਜਸਬੀਰ ਸਿੰਘ ਵਿਰਕ ਸਾਹਿਬ ਜੀ ਸਿੱਖ ਸੰਗਠਨ ਦੇ ਨੇਤਾ ਕਰ ਰਹੇ ਨੇ। ਅੱਜ ਉੱਥੋਂ ਦੇ ਲੋਕਾਂ ਦੀਆਂ, ਜਿਹੜੇ ਮੰਤਰੀ ਨੇ, ਯੋਗੀ ਵਰਗੇ CM ਹੋਰ, ਉਹਨਾਂ ਦੀਆਂ ਜਾ ਕੇ ਡੋਰਾਂ ਨੇਕ ਕਰ ਰਹੇ ਨੇ, ਖੜਕਾ ਰਹੇ ਨੇ, ਦੁਹਾਈ ਪਾ ਰਹੇ ਨੇ ਕਿ ਸਾਨੂੰ ਜਾੜੋ ਨਾ। ਸਾਡਾ ਤੁਹਾਡੇ ਨਾਲ 9 ਮਾਸ ਦਾ ਰਿਸ਼ਤਾ ਹੈ, ਸਾਨੂੰ ਜਾੜੋ ਨਾ। ਇੱਧਰੋਂ ਇੱਕ ਪੰਜਾਬ ਦੇ ਵਿੱਚੋਂ ਵੀ ਵਫਦ ਜਾ ਰਿਹਾ ਹੈ, ਉਹ ਵੀ ਉਧਰ ਆਪਣਾ ਯੋਗਦਾਨ ਪਾਵੇਗਾ। ਉੱਥੋਂ ਫਿਰ ਆਵਾਜ਼ ਉੱਠੇਗੀ ਉਸ ਪਾਰਟੀ ਵਾਸਤੇ ਜਿਹੜੀ ਪਾਰਟੀ ਦਾ ਵਫਦ ਯੂਪੀ ਨੂੰ ਜਾ ਰਿਹਾ ਹੈ, ਤੇ ਉਹ ਜਦੋਂ ਗੁਹਾਰ ਲਾਉਣਗੇ ਤੇ ਪੰਜਾਬ ਦੇ ਲੋਕ ਜਿਹੜੇ ਉਸ ਪਾਰਟੀ ਦੇ ਨਾਲ ਰੁੱਸੇ ਹੋਏ ਨੇ ਨਾ, ਉਹ ਫਿਰ ਮੰਨ ਜਾਣਗੇ ਕਿ ਸਾਡਾ ਬੋੜ ਬਾਪੂ ਨਿਰਾ ਪੰਜਾਬ ਵਿੱਚ ਹੀ ਨਹੀਂ, ਪੰਜਾਬ ਤੋਂ ਬਾਹਰ ਦੂਰ ਜਾ ਕੇ ਵੀ ਮਹਾਨ ਕੰਮ ਕਰਦਾ। ਬੋੜ ਬਾਪੂ ਉਸ ਪਾਰਟੀ ਵੱਲੋਂ ਇੱਕ ਵਫਦ ਜਾ ਰਿਹਾ ਹੈ, ਉਹਨਾਂ ਦਾ ਇੱਕ ਬੜਾ ਹਰਮਨ ਪਿਆਰਾ ਨੇਤਾ ਉਸ ਵਫਦ ਦੀ ਅਗਵਾਈ ਕਰੇਗਾ। ਹੋ ਜਾਵੇਗਾ ਕੰਮ, ਕੁਛ ਸਮਾਂ ਸ਼ਾਂਤੀ ਰਹੇਗੀ। ਕਿਉਂ? ਇੱਕ ਬੰਨੇ ਉਧਰ ਜੂ ਤੋਰਿਆ ਹੋਇਆ ਚਾਈਨਾ ਦੇ ਬਾਰਡਰ ਤੇ ਸਿੱਖ ਫੌਜੀਆਂ ਨੂੰ ਤਨਖਾਹਾਂ ਮਿਲਦੀਆਂ, ਇਸੇ ਕਰਕੇ ਮਿਲਦੀਆਂ, ਜਾਣਾ ਚਾਹੀਦਾ ਹੈ। ਜ਼ਰੂਰ ਸਿਰ ਧੜ ਦੀ ਬਾਜੀ ਲਾਉਣ, ਪਰ ਭਾਰਤ ਦੇਸ਼ ਦੀ ਰੱਖਿਆ ਜ਼ਰੂਰ ਕਰਨਾ। ਅਸੀਂ ਵੀ ਕਹਿੰਦੇ ਅਸੀਂ ਹੱਕ 'ਚ। ਭਾਰਤ ਦੇਸ਼ ਮਹਾਨ ਹੈ ਬਿਲਕੁਲ, ਤੇ ਉੱਥੋਂ ਦੇ ਜਿਹੜੇ ਰਾਜ ਭਾਗ ਨੂੰ ਚਲਾਉਂਦੇ ਨੇ ਉਹਨਾਂ ਨੂੰ ਸਲਾਮ ਹੈ। ਸਰਦਾਰ ਜਸਬੀਰ ਸਿੰਘ ਜੀ ਵਿਰਕ ਸਾਹਿਬ ਅੱਜ ਲੋਕਾਂ ਨੂੰ ਸੁੱਤਿਆਂ ਨੂੰ ਉਠਾ ਰਹੇ ਨੇ। ਅੱਜ ਹੀ ਮੇਰੀ ਗੱਲ ਉੱਥੋਂ ਦੇ ਮੇਰੇ ਮਿੱਤਰ ਪਿਆਰੇ, ਮੇਰਾ ਪਰਿਵਾਰ, ਸਰਦਾਰ ਬਲਵਿੰਦਰ ਸਿੰਘ ਜੀ ਲਖੀਮਪੁਰ ਖੀਰੀ, ਸਰਦਾਰ ਗੁਰਭੇਜ ਸਿੰਘ ਜੀ ਲਖੀਮਪੁਰ ਖੀਰੀ, ਸਰਦਾਰ ਹੁਸ਼ਿਆਰ ਸਿੰਘ ਜੀ ਵਿਰਕ ਸਾਹਿਬ
ਲਖੀਮਪੁਰ ਖੀਰੀ ਹੋਣਾਂ ਨਾਲ ਗੱਲਬਾਤ ਹੋਈ ਫੋਨ ਦੇ ਉੱਤੇ। ਉਹਨਾਂ ਨੇ ਉੱਥੋਂ ਦੇ ਹਾਲਾਤ ਦੱਸੇ ਤੇ ਬੜੇ ਖੁਸ਼ ਸਨ ਸਰਕਾਰ ਤੋਂ, ਸਰਕਾਰ ਦੀ ਸੋਚ ਤੋਂ। ਬੜੀਆਂ ਹੱਸ ਕੇ ਗੱਲਾਂ ਕੀਤੀਆਂ ਤੇ ਮੈਂ ਆਖਿਆ ਵੀ ਕਿਉਂ ਨਾ ਸਾਂਝ ਪਾਈ ਜਾਵੇ ਸਿੱਖ ਜਗਤ ਦੇ ਨਾਲ, ਆਪਾਂ ਸਲਾਮ ਕਰੀਏ। ਉਹ ਨਹੁੰ ਤੇ ਮਾਸ ਦਾ ਰਿਸ਼ਤਾ ਦੱਸਣ ਵਾਲਿਓ, ਤੁਹਾਨੂੰ ਸਾਡੀ ਸਲਾਮ ਹੈ। ਇੱਕ ਬੰਨੇ ਤੇ ਤੁਸੀਂ ਨਿਸ਼ਾਨ ਸਾਹਿਬ ਜਦੋਂ ਤੀਰਥ ਯਾਤਰਾ ਤੇ ਜਾਂਦੇ ਨੇ ਨੌਜਵਾਨ ਲਵਾ ਦਿੰਦੇ ਹੋ ਤੇ ਪਰਚੇ ਚਲਾਨ ਕੱਟ ਦਿੰਦੇ ਹੋ, ਜੁਰਮਾਨਾ ਕਰਦੇ ਹੋ, ਤੇ ਦੂਜੇ ਬੰਨੇ ਜਿੱਥੇ ਲੋੜ ਹੈ ਬਲੀਦਾਨ ਦੀ, ਉੱਥੇ ਤੁਸੀਂ ਹੱਥੀਂ ਲਾ ਕੇ ਜਕਾਰੇ ਬੋਲੇ ਸੋ ਨਿਹਾਲਦੇ ਹੱਥੀਂ ਛੱਡਦੇ ਹੋ। ਮੱਚਦੀ ਦੇ ਸਮੇਂ ਤੇ ਹੁਣ ਦੂਸਰੇ ਬੰਨੇ ਯੂਪੀ ਦੇ ਵਿੱਚੋਂ ਤੁਸੀਂ ਜਿਹੜੇ ਕਿਰਤੀ ਲੋਕ ਆਪਣੇ ਬਹੁਤ ਲੰਮੇ ਸਮੇਂ ਤੋਂ ਪਰਿਵਾਰਾਂ ਸਮੇਤ ਉੱਥੇ ਰਹਿ ਰਹੇ ਸਨ, ਜੰਗਲ ਬੀਆਬਾਨ ਨੂੰ ਯਾਦ ਕਰਕੇ ਉਹਨਾਂ ਨੂੰ ਯਾਦ ਰਹੇ ਹੋ। ਅੱਜ ਸੋਹਣੇ ਸਰਦਾਰ ਲੰਮੀਆਂ ਦਾੜਾਂ ਵਾਲੇ, ਦਸਤਾਰਾਂ ਵਾਲੇ ਅੱਜ ਤੁਹਾਡੇ ਦਰਵਾਜ਼ਿਆਂ ਦੀਆਂ ਡੋਰਾਂ ਨੂੰ ਖੜਕਾ ਕੇ ਤੁਹਾਡੇ ਤੋਂ ਆਪਣੇ ਰੋਜੀ ਰੋਟੀ ਦੀ ਗੱਲ ਕਰਦੇ ਆ। ਕੀ ਗੱਲ ਹੈ? ਇਹ 9 ਮਾਸ ਦਾ ਰਿਸ਼ਤਾ ਸਿਰਫ ਵੋਟਾਂ ਤੱਕ ਹੈ। 9 ਮਾਸ ਦਾ ਰਿਸ਼ਤਾ ਸਿਰਫ ਕੇਵਲ ਤੇ ਕੇਵਲ ਕੁਰਬਾਨੀ ਜਾਂ ਬਲੀ ਸਿੱਖਾਂ ਦੀ ਹੀ ਲੈਣ ਕਰਕੇ ਹੈ। ਸਮਝ ਨਹੀਂ ਪੈਂਦੀ। ਸਿੱਖ ਸਰਦਾਰੋ, ਆ ਵਾਹਿਗੁਰੂ ਨੇ ਸਾਬਤ ਸੂਰਤ ਦਸਤਾਰ ਸਿਰਾਂ ਦੀ ਦਾਤ ਬਖਸ਼ੀ ਆ ਆਪਾਂ ਨੂੰ। ਇਹਦੇ ਅੰਦਰ ਸਾਡੀ ਖੋਪੜੀ ਦੇ ਵਿੱਚ ਇੱਕ ਬ੍ਰੇਨ ਹੈ ਜਿਹਨੂੰ ਅਸੀਂ ਦਿਮਾਗ ਕਹਿੰਦੇ ਆ। ਤੁਹਾਡੇ ਉੱਤੇ ਉਹ ਆਪ ਦਾ ਦਿਮਾਗ ਤੁਹਾਡੀਆਂ ਸਰਕਾਰਾਂ ਵਰਤ ਕੇ ਤੇ ਤੁਹਾਨੂੰ ਮਾਣ ਸਤਿਕਾਰ ਦੇ ਰਹੀਆਂ, ਤੇ ਤੁਸੀਂ ਵੀ ਆਪਣਾ ਵਰਤ ਲਓ। ਇਹ ਉਤਰਾ ਹੀ ਨਾ ਚਲਿਆ ਜਾਵੇ ਕਿਤੇ ਇਸ ਦੁਨੀਆ ਤੋਂ। ਵਰਤਣ ਤੋਂ ਬਿਨਾਂ ਹੀ ਪਰਮੇਸ਼ਰ ਨੇ ਹਰ ਚੀਜ਼ ਸਰੀਰ ਦੇ ਨਾਲ ਜੋ ਲਾਈ ਹੈ ਨਾ, ਉਹ ਵਰਤਣ ਵਾਸਤੇ ਲਾਈ ਹੈ। ਬਾਕੀ ਸਾਰਾ ਸਰੀਰ ਤੁਸੀਂ ਵਰਤਦੇ ਹੋ, ਪਰ ਇਹ ਅੰਦਰ ਜਿਹੜਾ ਹੈ, ਅੰਦਰ ਵਰਤ ਗਏ। 9 ਤੇ ਮਾਸ ਦਾ ਰਿਸ਼ਤਾ ਬੜਾ ਕਮਾਲ ਦਾ ਹੈ, ਪਰ ਇਹਦੇ ਉੱਤੇ ਅਸੀਂ ਵਿਚਾਰ ਕਰੀਏ। ਇੱਕ ਬੰਨੇ ਸਾਨੂੰ ਮੌਤ ਦੀ ਭੱਠੀ ਵਿੱਚ ਝੋਕਣ ਵਾਸਤੇ ਬਾਲਣ ਦਾ ਰੂਪ ਦੇ ਕੇ ਚਾਈਨਾ ਦੀ ਹੱਦ ਤੇ ਭੇਜਿਆ ਜਾ ਰਿਹਾ ਹੈ, ਜਿੱਥੇ ਕਿ ਇਹਨਾਂ ਦੇ ਹੀ ਨੌਜਵਾਨਾਂ ਨੇ, ਆਰਮੀ ਵਾਲਿਆਂ ਨੇ ਕੰਮ ਸ਼ੁਰੂ ਕੀਤਾ ਸੀ ਤੇ ਆਪ ਤਾਂ ਉਹ ਐ ਨੂੰ ਭੱਜ ਆਏ ਤੇ ਹੁਣ ਉੱਥੇ ਤੁਸੀਂ ਨਿਸ਼ਾਨ ਸਾਹਿਬ ਦੀ ਛਤਰ ਛਾਇਆ ਵਾਲੇ ਗੁਰਸਿੱਖਾਂ ਦੇ ਪਰਿਵਾਰਾਂ ਦੇ ਨੌਜਵਾਨ ਬੱਚਿਆਂ ਨੂੰ ਭੇਜ ਕੇ ਤੇ ਉੱਥੋਂ ਲਾਸ਼ਾਂ ਦੇ ਰੂਪ ਵਿੱਚ ਹੁਣ ਪੰਜਾਬ ਵਿੱਚ ਪਹੁੰਚ ਰਹੇ ਨੇ। ਤੇ ਉਹਨਾਂ ਮਾਵਾਂ ਦੇ ਪੁੱਤ, ਭੈਣਾਂ ਦੇ ਵੀਰ ਤੇ ਉਹਨਾਂ ਬੀਬੀਆਂ ਦੇ ਪਤੀ ਅੱਜ ਗਏ ਸੀ ਜਕਾਰੇ ਛੱਡਦੇ ਤੇ ਆ ਰਹੇ ਨੇ ਡੱਬਿਆਂ 'ਚ ਪੈ ਕੇ। ਇਸ ਕਰਕੇ ਸਲਾਮ ਹੈ, ਸਰਕਾਰੇ ਤੂੰ ਹਮੇਸ਼ਾ ਸਿੱਖਾਂ ਦਾ ਭਲਾ ਸੋਚਿਆ ਹੈ। ਇੱਕ ਫੌਜੀ ਤੋਂ ਸ਼ਹੀਦ ਬਣਾਉਣ ਲੱਗਿਆਂ ਕੋਈ ਦੇਰੀ ਨਹੀਂ ਲਾਈ। ਸ਼ਹੀਦੀ ਦਾ ਨਾਮ ਬੜਾ ਤਕੜਾ ਹੈ। ਇਸ ਕਰਕੇ ਸਲਾਮ ਹੈ। ਇਸ ਨਿਸ਼ਾਨ ਸਾਹਿਬ ਨੂੰ ਜਿੱਥੇ ਲੋੜ ਪਈ ਵਰਤਿਆ, ਇਸ ਸਿੱਖ ਨੂੰ ਜਿੱਥੇ ਲੋੜ ਪਈ ਵਰਤਿਆ। ਹੁਣ ਆਜ਼ਾਦੀ ਦਾ ਦਿਨ ਆਵੇਗਾ, ਆਜ਼ਾਦੀ ਦਾ ਝੰਡਾ ਝੂਲੇਗਾ ਆਉਣ ਵਾਲੇ ਸਮੇਂ 'ਚ, ਉੱਥੇ ਸਿੱਖ ਨੂੰ ਕਿਸੇ ਨੂੰ ਲਾਗੇ ਨਹੀਂ ਆਉਣ ਦਿੱਤਾ ਜਾਵੇਗਾ। ਇਸ ਕਰਕੇ ਸਲਾਮ ਹੈ ਸਿੱਖ ਕੌਮ ਵੱਲੋਂ, ਮੇਰੇ ਵੱਲੋਂ ਵੀ ਸਰਕਾਰ ਦੀ ਸੋਚ ਤੇ ਸਿੱਖਾਂ ਦੀ ਸੋਚ ਤੇ ਵੀ, ਕਿ ਜਿਨ੍ਹਾਂ ਨੇ ਆਪਣੀ ਸੋਚ ਨੂੰ ਸੋਚਿਆ ਹੀ ਨਹੀਂ ਕਦੇ ਕਿ ਸਾਡੇ ਨਾਲ ਕੀ ਹੋ ਰਿਹਾ। ਇੰਨਾ ਸਤਿਕਾਰ ਮਿਲ ਰਿਹਾ ਸੱਚ ਨਾਲ, ਸੱਚਮੁੱਚ ਰੀਲੀ ਸਿੱਖ ਕੌਮ ਦੇ ਨਾਲ 9 ਮਾਸ ਦਾ ਰਿਸ਼ਤਾ ਇਹਨਾਂ ਲੋਕਾਂ ਵੱਲੋਂ ਨਿਭਾਇਆ ਜਾ ਰਿਹਾ ਹੈ। ਇਸ ਕਰਕੇ ਅਸੀਂ ਇਹਨਾਂ ਨੂੰ ਸੀਸਾਂ ਦੇਈਏ ਕਿ ਐਸੀਆਂ ਸਰਕਾਰਾਂ ਮੁੜ ਆਉਣ ਜਿਹੜੇ ਆਪਣੇ ਫਰਜ਼ ਨਿਭਾਉਂਦੀਆਂ ਨੇ ਤੇ ਨਿਭਾਉਂਦੀਆਂ ਰਹਿਣ। ਤੇ ਅਸੀਂ ਬਿਲਕੁਲ ਆਪਣੇ ਦਿਮਾਗ ਨੂੰ ਵਰਤੀਏ ਨਾ, ਬਿਲਕੁਲ ਨਾ ਵਰਤੀਏ। ਕਿਉਂ? ਇਹ ਸਾਰਾ ਕੁਛ ਤੇ ਉਹ ਆਪ ਹੀ ਕਰੀ ਜਾਂਦੀ ਆ। ਜਦੋਂ ਆਪੇ ਕਰੀ ਜਾਂਦੇ ਫਿਰ ਅਸੀਂ ਮਹਿਸੂਸ ਕਰਦੇ ਹਾਂ ਕਿ ਸਾਨੂੰ ਫਿਰ ਲੋੜ ਦੀ
ਲੋੜ ਕੀ ਹੈ ਇਸ ਦਿਮਾਗ ਨੂੰ ਵਿਚਾਰਨ ਦੀ ਜਾਂ ਇਸ ਤੋਂ ਕੰਮ ਲੈਣ ਦੀ? ਕੋਈ ਲੋੜ ਨਹੀਂ ਹੈ। ਹੁਣ ਇੱਧਰੋਂ ਪੰਜਾਬ ਵਿੱਚੋਂ ਇੱਕ ਵਫਦ ਜਾ ਰਿਹਾ ਹੈ, ਉਧਰ ਸਰਦਾਰ ਜਸਵੀਰ ਸਿੰਘ ਜੀ ਹੁਣਾਂ ਦੇ ਨਾਲ ਜੁੜ ਕੇ ਕੰਮ ਕਰੇਗਾ। ਇੱਕ ਇੱਧਰੋਂ ਵਫਦ ਚਾਈਨਾ ਦੇ ਬਾਰਡਰ ਤੇ ਜਾ ਰਿਹਾ ਹੈ, ਨਿਸ਼ਾਨ ਸਾਹਿਬ ਲਹਿਰਾਉਂਦਾ। ਇੱਕ ਵਫਦ ਜਿਹੜਾ ਹੇਮਕੁੰਟ ਸਾਹਿਬ ਨੂੰ ਗਿਆ ਸੀ ਨਿਸ਼ਾਨ ਸਾਹਿਬ ਬੰਨ ਕੇ, ਉਹ ਤਰੀਕਾਂ ਤੇ ਜਾ ਰਹੇ ਨੇ। ਇੱਕ ਵਫਦ ਯੂਪੀ ਵਿੱਚ ਕੁਰਲਾ ਰਿਹਾ ਹੈ, ਜਿਨ੍ਹਾਂ ਨੂੰ ਬਹੁਤ ਸਾਲ ਹੋ ਗਏ ਸੀ ਮਿਹਨਤਾਂ ਕਰਕੇ ਘਰ ਬਣਾਇਆ ਨੂੰ, ਉਹਨਾਂ ਨੂੰ ਉੱਥੋਂ ਜਾੜਨ ਦਾ ਸੱਦਾ ਦਿੱਤਾ ਜਾ ਰਿਹਾ ਹੈ। ਜੰਗਲ ਮਹਿਕਮੇ ਨੇ ਆਣ ਕੇ ਉਹਨਾਂ ਦੇ ਘਰ ਪੁੱਟਣੇ ਸ਼ੁਰੂ ਕਰ ਦਿੱਤੇ ਹੈ ਤੇ ਜੰਗਲ ਲਾਉਣਾ ਸ਼ੁਰੂ ਹੋ ਰਿਹਾ ਹੈ। ਹੁਣ ਉਹਨਾਂ ਨੂੰ ਰੋਕਣ ਵਾਸਤੇ ਸਾਡੇ ਬੋੜ ਬਾਬੇ ਦਾ ਕਾਫਲਾ ਵਫਦ ਉੱਥੇ ਜਾ ਰਿਹਾ ਹੈ, ਉੱਥੋਂ ਜਿੱਤ ਪ੍ਰਾਪਤ ਕਰਕੇ ਆਵੇਗਾ। ਉਹ ਜਿੱਤ ਜਿਹੜੀ ਆਉਣ ਵਾਲੀ ਸਰਕਾਰ, ਮੌਜੂਦਾ ਸਰਕਾਰ ਬਣੇਗੀ, ਅਸੀਂ ਵਧਾਈ ਦਿੰਦੇ ਹਾਂ। ਇਹ ਸਰਕਾਰ ਵੀ ਬਣੇ, ਹੋਰ ਵੀ ਬਣਨ, ਪਰ ਅਸੀਂ ਕਦੇ ਨਾ ਸੋਚੀਏ ਸਾਨੂੰ ਆਪੇ ਜਾੜਿਆ ਜਾਵੇ ਤੇ ਆਪੇ ਵਸਾਇਆ ਜਾਵੇ। ਇਹੋ ਜਿਹੀਆਂ ਸਰਕਾਰਾਂ ਦੀ ਅਸੀਂ ਉਡੀਕ ਕਰਦੇ ਹਾਂ। ਧੰਨਵਾਦ ਗੁਰੂ ਪਿਆਰਿਓ, ਪਰ ਜ਼ਰੂਰ ਸੋਚਿਓ ਕਿ ਨਿਰੰਤਰ ਸਿੱਖਾਂ ਨਾਲ ਹੀ 9 ਮਾਸ ਦਾ ਰਿਸ਼ਤਾ ਕਿਵੇਂ ਨਿਭਾਇਆ ਜਾ ਰਿਹਾ ਹੈ। ਸਮਝ ਪੈਂਦੀ ਹੈ ਤੇ ਪੈਣੀ ਵੀ ਚਾਹੀਦੀ ਹੈ। ਜਿਹੜਾ ਰੱਬ ਨੇ ਇਸ ਖੋਪੜੀ ਦੇ ਵਿੱਚ ਕੁਛ ਪਾਇਆ ਹੈ ਨਾ, ਸਮਝਣ ਵਾਲਾ, ਉਹਨੂੰ ਵਰਤੀਏ ਥੋੜਾ ਥੋੜਾ। ਐਵੇਂ ਨਾ ਕਿਤੇ ਇਸ ਜ਼ਿੰਦਗੀ ਨੂੰ ਪੂਰਿਆਂ ਕਰਕੇ ਦੁਨੀਆ ਤੋਂ ਚਲੇ ਜਾਈਏ ਤੇ ਗੁਆਂਢੀਆਂ ਨੂੰ ਪਤਾ ਲੱਗੇ ਕਿ ਫਲਾਣਾ ਬਾਪੂ ਅੱਜ ਪੂਰਾ ਹੋ ਗਿਆ ਹੈ, ਬੜਾ ਸਿਆਣਾ ਸੀ, ਕਦੇ ਨਹੀਂ ਸੀ ਬੋਲਿਆ। ਗੁਰੂ ਕਿਰਪਾ ਕਰੇ। ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।